ਭੰਨਤੋੜ ਕੀਤੀ, ਗਲ ਪੈ ਗਏ ਨਵਤੇਜ ਦੇ ਆ ਕੇ। ਪਰ ਕੁਝ ਲੋਕ ਇਹ ਵੀ ਕਹਿੰਦੇ ਕਿ ਗਲਤੀ ਨਵਤੇਜ ਦੀ ਸੀ। ਉਹ ਡਰ ਗਏ ਸੀਗਾ, ਸਾਰਾ ਸਟਾਫ ਡਰ ਚੁੱਕਿਆ ਸੀਗਾ ਵੀ ਇੰਨੀ ਫੋਰਸ ਆ ਗਈ ਆ, ਕਿਉਂ ਆ ਚੁੱਕੀ ਆ। ਔਰ ਆਲਰੇਡੀ ਇੱਥੇ ਮਰੀਜ਼ ਵੀ ਡਰ ਚੁੱਕੇ ਸੀਗੇ। ਜੇ ਕਿਸੇ ਕੋਲ ਪੈਸੇ ਨਹੀਂ ਹੁੰਦੇ, ਅਸੀਂ ਖੁਦ ਇੱਥੋਂ ਪੈਸੇ ਲੈ ਕੇ, ਭਾਜੀ ਹੁਣੀ ਪੈਸੇ ਲੈ ਕੇ ਤੇ ਉਹ ਆਪਰੇਟ ਖੁਦ ਆਪਣਾ ਸਮਾਨ ਬਾਹਰੋਂ ਮੰਗਾ ਕੇ ਫਿਰ ਆਪਰੇਟ ਕਰਾਉਂਦੇ ਸੀਗੇ। ਫ੍ਰੀ ਆਫ ਕੋਸਟ ਦਵਾਈਆਂ ਮਿਲਦੀਆਂ ਸੀਗੀਆਂ, ਔਰ ਜਿੱਥੇ ਕੋਈ 200 ਦੀ ਦਵਾਈ ਸੀਗੀ ਉਹ ਇੱਕ 20 ਰੁਪਏ ਦੀ ਦਵਾਈ ਇੱਥੇ ਮਿਲਦੀ ਸੀਗੀ। ਉਹਨਾਂ ਦੇ ਜਾਣ ਦੇ ਨਾਲ ਇੱਥੇ ਹੁਣ ਤੱਕ 10 ਲੱਖ ਰੁਪਏ ਦੇ ਆਪਰੇਟ ਹੀ ਹੋ ਜਾਣੇ ਸੀਗੇ ਇੱਥੇ। ਵੀ ਆਪਾਂ ਸਰਕਾਰ ਅੱਗੇ ਇਹੋ ਮੰਗ ਕਰਦੇ ਹਾਂ ਕਿ ਇਹਨੂੰ ਹਸਪੀਟਲ ਨੂੰ ਖੋਲਿਆ ਜਾਏ ਔਰ ਜਲਦੀ ਤੋਂ ਜਲਦੀ ਖੋਲਿਆ ਜਾਏ। ਜਿਹੜੇ ਮਰੀਜ਼ ਆਉਂਦੇ ਨੇ ਉਹ ਇੱਥੋਂ ਨਾ ਮੁੜਨ। ਜਿਹੜੇ ਮਰੀਜ਼ ਸੀ ਆਪਰੇਟ ਕੀਤੇ, ਜਿਨ੍ਹਾਂ ਦਾ ਆਪਰੇਟ ਮੰਨ ਲਓ ਕੱਲ ਹੋਇਆ, ਉਹ ਵੀ ਮਰੀਜ਼ ਜਿਹੜੇ ਉਹ ਮਤਲਬ ਇਹਨਾਂ ਨੇ ਸ਼ਿਫਟ ਜਿਹੜੇ ਉਹ ਕੁਝ ਸਰਕਾਰੀ ਔਰ ਕੁਝ ਗੁਰਦਾਸਪੁਰ ਸ਼ਿਫਟ। ਕਿੰਨੇ ਹਸਪੀਟਲਾਂ 'ਚ ਕਰੋਨਾ ਦੇ ਮਰੀਜ਼ ਆ ਚੁੱਕੇ ਔਰ ਸਰਕਾਰੀ ਹਸਪੀਟਲ ਕਰੋਨਾ। ਸਰਕਾਰੀ ਹਸਪੀਟਲ ਕਿਉਂ ਨਹੀਂ ਬੰਦ ਹੋਇਆ? ਫਿਰ ਪ੍ਰਾਈਵੇਟ ਹਸਪੀਟਲਾਂ 'ਚ ਕਿੰਨੇ ਕੇਸ ਆ ਚੁੱਕੇ, ਉਹ ਕਿਉਂ ਨਹੀਂ ਬੰਦ ਹੋ ਚੁੱਕੇ? ਕੁਝ ਦਿਨ ਪਹਿਲਾਂ ਬਟਾਲੇ ਦੇ ਨਵਤੇਜ ਕਮਿਊਨਿਟੀ ਹਸਪੀਟਲ ਕਲੱਬ ਦੀਆਂ ਤਸਵੀਰਾਂ ਵਾਇਰਲ ਹੋਈਆਂ, ਜਿਸ ਦੇ ਵਿੱਚ ਨਵਤੇਜ ਗੁੱਗੂ ਅਤੇ ਪੁਲਿਸ ਵਿਚਾਲੇ ਝੜਪ ਹੋਈ। ਕਿਹਾ ਇਹ ਜਾ ਰਿਹਾ ਸੀ ਕਿ ਪੁਲਿਸ ਨੇ ਧੱਕੇ ਨਾਲ ਹਸਪੀਟਲ 'ਚ ਆ ਕੇ ਭੰਨਤੋੜ ਕੀਤੀ ਅਤੇ ਗਲ ਪਏ ਡਾਕਟਰਾਂ ਦੇ। ਅਸੀਂ ਇਸ ਵੇਲੇ ਬਟਾਲਾ ਦੇ ਉਸੇ ਹਸਪੀਟਲ ਦੇ ਬਾਹਰ ਖੜੇ ਹਾਂ, ਜਿੱਥੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕੁਝ ਦਿਨ ਪਹਿਲਾਂ ਨਵਤੇਜ ਨੂੰ ਪੁਲਿਸ ਇੱਥੋਂ ਲੈ ਗਈ ਗ੍ਰਿਫਤਾਰ ਕਰਕੇ। ਇਲਜ਼ਾਮ ਲਗਾਏ ਕਿ ਪੁਲਿਸ ਦੀ ਕਾਰਵਾਈ ਦੇ ਵਿੱਚ ਵਿਘਨ ਪਾਇਆ ਸੀ, ਜਿਸ ਤੋਂ ਬਾਅਦ ਇੱਥੋਂ ਦੇ 4 ਡਾਕਟਰ ਕਰੋਨਾ ਪੋਜ਼ਿਟਿਵ ਆਏ। ਤਾਂ ਪੋਜ਼ਿਟਿਵ ਆਉਣ ਤੋਂ ਬਾਅਦ ਇਸ ਹਸਪੀਟਲ ਨੂੰ ਸੀਲ ਕਰ ਦਿੱਤਾ ਗਿਆ। ਤਸਵੀਰਾਂ ਤੁਸੀਂ ਦੇਖ ਰਹੇ ਹੋ ਨਵਤੇਜ ਕਮਿਊਨਿਟੀ ਹਸਪੀਟਲ ਕਲੱਬ ਦੀਆਂ, ਜਿੱਥੇ ਕਿ ਇਸ ਵੇਲੇ ਤਾਲਾ ਵੱਜਿਆ ਹੋਇਆ ਹੈ। ਜਿਹੜੇ ਮਰੀਜ਼ ਅੰਦਰ ਸੀਗੇ ਉਹਨਾਂ ਨੂੰ ਸਰਕਾਰੀ ਹਸਪਤਾਲ ਬਟਾਲਾ ਅਤੇ ਗੁਰਦਾਸਪੁਰ ਦੇ ਵਿੱਚ ਸ਼ਿਫਟ ਕਰ ਦਿੱਤਾ ਗਿਆ। ਇਹ ਇਸ ਵੇਲੇ ਇੱਥੇ ਅੰਦਰ ਹਸਪੀਟਲ ਦੇ ਕੋਈ ਵੀ ਐਂਟਰੀ ਨਹੀਂ ਕਰ ਸਕਦਾ। ਹਾਲਾਂਕਿ ਨਵਤੇਜ ਹੁਣਾਂ ਦੇ ਮਦਰ ਆਪਣੇ ਘਰ, ਜਿੱਦਾਂ ਇਹਨਾਂ ਦਾ ਘਰ ਹੈਗਾ ਉੱਪਰ, ਉੱਥੇ ਰਹਿ ਰਹੇ ਨੇ। ਤਾਂ ਵਧੇਰੇ ਜਾਣਕਾਰੀ ਲਈ ਸਾਡੇ ਨਾਲ ਨਵਤੇਜ ਦੇ ਬ੍ਰਦਰ ਹੈਗੇ ਨੇ, ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਅਸਲ ਦੇ ਵਿੱਚ ਉਸ ਦਿਨ ਕੀ ਹੋਇਆ ਸੀ, ਨਵਤੇਜ ਨੂੰ ਪੁਲਿਸ ਕਿਉਂ ਚੁੱਕ ਕੇ ਲੈ ਕੇ ਗਈ ਅਤੇ ਇਹਨਾਂ ਦੌਰਾਨ ਹੀ ਪੋਜ਼ਿਟਿਵ ਆਏ, ਕਰੋਨਾ ਪੋਜ਼ਿਟਿਵ ਆਏ ਨੇ ਡਾਕਟਰ, ਤੇ ਹੁਣ ਹਸਪੀਟਲ ਨੂੰ ਸੀਲ ਕਰ ਦਿੱਤਾ ਗਿਆ। ਸੁਖਵਿੰਦਰ ਸਿੰਘ ਸਾਡੇ ਨਾਲ। ਸੁਖਵਿੰਦਰ ਜੀ, ਸਭ ਤੋਂ ਪਹਿਲਾਂ ਸਵਾਗਤ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਪਹਿਲੇ ਦਿਨ ਤੋਂ ਘਟਨਾ ਜਾਣਨੀ ਚਾਹੁੰਦਾ ਕਿ ਪਹਿਲੇ ਦਿਨ ਕੀ ਹੋਇਆ ਸੀ, ਕਿਉਂਕਿ ਸਾਰੇ ਕਹਿ ਰਹੇ ਆ ਕਿ ਪੁਲਿਸ ਅੰਦਰ ਭੰਨਤੋੜ ਕੀਤੀ, ਗਲ ਪੈ ਗਏ ਨਵਤੇਜ ਦੇ ਆ ਕੇ। ਪਰ ਕੁਝ ਲੋਕ ਇਹ ਵੀ ਕਹਿੰਦੇ ਕਿ ਗਲਤੀ ਨਵਤੇਜ ਦੀ ਸੀਗੀ। ਨਹੀਂ ਸਰ, ਇਦਾਂ ਦੀ ਕੋਈ ਗੱਲ ਨਹੀਂ ਸੀ ਹੈਗੀ। ਬਟ ਕੋਈ ਜਦੋਂ ਹਸਪੀਟਲ ਕੋਈ ਮਰੀਜ਼ ਆਇਆ ਸੀਗਾ ਔਰ ਮਰੀਜ਼, ਉਹਨਾਂ ਨੂੰ ਨਹੀਂ ਪਤਾ ਕਿ ਇੱਥੇ ਮਰੀਜ਼ ਕੋਈ ਵੀ ਆ ਸਕਦਾ ਸਰ। ਇੱਥੇ ਮਰੀਜ਼ ਜਦੋਂ ਵੀ ਆਇਆ ਆ, ਉਹ ਇੱਥੇ ਆਣ ਕੇ ਤੇ ਐਡਮਿਟ ਹੋਇਆ ਤੇ ਉਹਦੇ ਨਾਲ ਇੱਕ ਇਹ ਸਾਰਾ ਮਾਹੌਲ ਜਿਹੜਾ ਉਹ ਖਰਾਬ ਹੋ ਗਿਆ ਸੀਗਾ। ਤੇ ਕੋਈ ਕਿਸੇ ਵੀ ਹਸਪੀਟਲ 'ਚ ਕੋਈ ਮਰੀਜ਼ ਜਾਂਦਾ ਆ, ਚਾਹੇ ਉਹ ਕੋਈ ਚੋਰੀ ਕਰਕੇ ਐਟ ਗਿਆ, ਪਹਿਲੇ ਫਸਟ ਉਹਦਾ ਇਲਾਜ ਬਣਦਾ ਆ ਕਰਨਾ, ਠੀਕ ਹੈ। ਔਰ ਬੜੇ ਵਧੀਆ ਤਰੀਕੇ ਦੇ ਨਾਲ ਗੱਲ ਹੋ ਰਹੀ ਸੀਗੀ। ਔਰ ਦੀਨਾਨਗਰ ਤੋਂ ਵੀ DSP ਸਾਹਿਬ ਆਏ ਸੀ, ਬੈਠ ਕੇ ਬਹੁਤ ਵਧੀਆ ਗੱਲ ਕਰ ਰਹੇ ਸੀਗੇ। ਔਰ ਇੱਥੇ ਆਣ ਕੇ ਮੁੜ ਕੇ ਬਾਅਦ ਵਿੱਚ ਚਲੋ ਬਟਾਲੇ ਦੇ SSO ਸਾਹਿਬ ਵੀ ਆਏ ਸੀਗੇ। ਔਰ SSO ਸਾਹਿਬ ਉਹਨਾਂ ਦੇ ਨਾਲ ਕੋਈ ਅੰਦਰ ਕੋਈ ਇਸ ਤਰ੍ਹਾਂ ਦੀ ਕੋਈ ਗੱਲਬਾਤ ਹੋਈ ਹੈ ਕਿ ਆਪਸ ਚਲੋ ਨਵਤੇਜ ਸਿੰਘ ਵੀ ਭਾਜੀ ਚਲੋ ਆਪਸ ਇੱਕ ਦੂਜੇ ਨਾਲ ਚਲੋ ਇਹਨਾਂ ਦਾ ਬਹਿਸ ਬਸਾਈਆ ਹੋਇਆ ਕਿ ਇਦਾਂ ਕਰਕੇ ਉਹ ਤੇ ਰੈਫਰ ਕਰ ਦਿੱਤਾ ਸੀਗਾ, ਆਪਣਾ ਅੰਮ੍ਰਿਤਸਰ ਰੈਫਰ ਕਰ ਦਿੱਤਾ ਸੀ ਉਸ ਟਾਈਮ ਤੇ ਉਸ ਤੋਂ ਬਾਅਦ ਵਿੱਚ ਇਹਨਾਂ ਦੀ ਆਪਸ ਕੋਈ ਗੱਲਬਾਤ ਹੋਈ ਆ। ਔਰ ਜਿਹੜਾ ਵਾ ਉਹ ਜਦੋਂ SSO ਸਾਹਿਬ ਬਾਹਰ ਆਉਣ ਲੱਗੇ, ਚਲੋ ਸਾਡੇ ਸਟਾਫ ਵੱਲੋਂ ਚਲੋ ਉਹਨਾਂ ਨੂੰ ਉਹ ਡਰ ਗਏ ਸੀਗਾ, ਸਾਰਾ ਸਟਾਫ ਡਰ ਚੁੱਕਿਆ ਸੀਗਾ ਵੀ ਇੰਨੀ ਫੋਰਸ ਆ ਗਈ ਆ, ਕਿਉਂ ਆ ਚੁੱਕੀ ਆ। ਔਰ ਆਲਰੇਡੀ ਇੱਥੇ ਮਰੀਜ਼ ਵੀ ਡਰ ਚੁੱਕੇ ਸੀਗੇ ਤੇ ਉਹਦੇ ਨਾਲ ਫਿਰ ਮਾਹੌਲ ਸਾਰਾ ਖਰਾਬ ਹੋ ਗਿਆ। ਤੇ ਪੁਲਿਸ ਇੱਥੇ ਜਦੋਂ ਆਈ ਸੀਗੀ, ਉਹ ਜਿਹੜਾ ਇੱਕ ਕੋਈ ਕਾਂਡ ਕੋਈ ਪਿੱਛੇ ਕਰਕੇ ਆਇਆ, ਤਾਂ ਉਹਨੂੰ ਫੜਨ ਆਈ ਸੀ ਇੱਥੇ? ਹਾਂਜੀ, ਉਹਨੂੰ ਫੜਨ ਆਈ ਸੀਗੀ। ਹਾਂ, ਉਹਨੂੰ ਫੜਨ ਆਈ ਸੀ। ਉਹ ਕੋਈ ਸਿੱਧਾ ਇੱਥੇ ਆਇਆ, ਆਪਣੀ ਕਿਹੜੀ ਚੀਜ਼ ਦਾ ਇਲਾਜ ਕਰਾਉਣ ਆਇਆ ਸੀ ਕਿ ਕੀ ਐਕਸੀਡੈਂਟ ਕੋਈ ਕੇਸ ਸੀਗਾ ਤੇ ਉਸ ਐਕਸੀਡੈਂਟ ਕੇਸ ਦੇ ਬੇਸ ਤੇ ਆਇਆ ਸੀਗਾ ਵੀ ਮਤਲਬ ਉਹ ਇੱਥੇ ਇਲਾਜ ਨਹੀਂ ਹੋ ਸਕਦਾ, ਇਹਨੂੰ ਰੈਫਰ ਕਰ ਦਿੱਤਾ ਕਿ ਤੁਸੀਂ ਉੱਥੇ ਚਲੇ ਜਾਓ। ਔਰ ਮੇਰਾ ਖਿਆਲ ਭਾਜੀ ਉਹਨਾਂ ਨੇ ਇਹ ਵੀ ਕਿਹਾ ਸੀਗਾ ਕਿ ਮੈਂ ਰੈਫਰ ਕਰ ਦਿੱਤਾ ਆ ਉਹਨੂੰ ਉੱਥੇ ਤੇ ਤੁਸੀਂ ਉੱਥੇ ਚਲੇ ਜਾਓ। ਹਾਂਜੀ, ਤੇ ਇਹਨਾਂ ਦੀ ਜਿਹੜੀ ਐਂਬੂਲੈਂਸ ਸੀਗੀ ਔਰ ਉਹ ਦੀਨਾਨਗਰ ਉਹਨਾਂ ਨੇ
ਉੱਥੇ ਆਣ ਕੇ ਥਾਣੇ 'ਚ ਉਹਨਾਂ ਨੇ ਐਂਬੂਲੈਂਸ ਜਿਹੜੀ ਉਹ ਉੱਥੇ ਸਾਡੀ ਖੜੀ ਹੋਈ ਆ ਤੇ ਉੱਥੇ ਸੀਗੀ, ਉਹਨਾਂ ਨੇ ਵਾਪਸ ਨਹੀਂ ਕੀਤੀ ਐਂਬੂਲੈਂਸ। ਹਾਂਜੀ। ਅੱਛਾ, ਜਿਹੜੀ ਉਹ ਵੀਡੀਓ ਦੇ ਵਿੱਚ ਅਸੀਂ ਦੇਖਿਆ ਕਿ ਕਾਫੀ ਤਲਖੀ ਹੋਈ SHO ਅਤੇ ਨਵਤੇਜ ਦੇ ਵਿੱਚ, ਡਾਕਟਰਾਂ ਦੇ ਵਿੱਚ ਵੀ, ਇਸੇ ਦੇ ਅੰਦਰ ਹਸਪੀਟਲ ਦੇ ਅੰਦਰ ਕਾਫੀ ਕੁਝ ਹੋਇਆ, ਤਾਂ ਉਹ ਉਸ ਵੀਡੀਓ ਨੂੰ ਹੀ ਸਿਰਫ ਆਧਾਰ ਬਣਾ ਕੇ ਇਹ ਸਭ ਕੁਝ ਹੋ ਰਿਹਾ ਕਿ ਹਸਪੀਟਲ ਨੂੰ ਵੀ ਸੀਲ ਕਰਤਾ, ਨਵਤੇਜ ਨੂੰ ਵੀ ਚੱਕ ਕੇ ਲੈ ਗਏ। ਹਾਂਜੀ, ਇਸ ਤਰ੍ਹਾਂ ਦਾ ਹੁਣ ਵੇਖੋ ਕਿ ਜਦੋਂ ਮਾਹੌਲ ਖਰਾਬ ਹੋ ਗਿਆ, ਪਹਿਲੇ ਵੇਖੋ ਇੰਨੇ ਵੱਡੀ, ਚਲੋ SDM ਸਾਹਿਬ ਵੀ ਆਏ ਸੀਗੇ ਇੱਥੇ, ਔਰ SDM ਸਾਹਿਬ ਨੇ ਜਦੋਂ ਇਹ ਬਿਲਡਿੰਗ ਬਣ ਰਹੀ ਸੀਗੀ ਉਦੋਂ ਸਾਰਿਆਂ ਨੂੰ ਪਤਾ ਸੀ ਕਿ ਇਹ ਬਿਲਡਿੰਗ ਬਣ ਰਹੀ ਆ, ਠੀਕ ਹੈ। ਔਰ SDM ਸਾਹਿਬ ਉਹਨਾਂ ਨੇ ਫਿਰ ਇਹ ਮੁੱਦਾ ਚੁੱਕਿਆ ਕਿ ਇੱਥੇ ਆਣ ਕੇ ਇੱਥੇ ਏਡੀ ਵੱਡੀ ਬਿਲਡਿੰਗ ਜਿਹੜੀ ਹੈ ਕਿਉਂ ਬਣ ਚੁੱਕੀ ਆ, ਇਹਦੇ ਕਿਸ ਬਿਹੇਵ ਤੇ ਬਣੀ, ਹਨਾ। ਤੇ SDM ਸਾਹਿਬ ਨੇ ਕਦੋਂ ਆ ਕੇ ਕਿਹਾ? ਇਹ SDM ਸਾਹਿਬ ਉਦੋਂ ਹੀ ਕਿਤੇ ਆਏ ਸੀਗੇ, ਜਿਸ ਤਰ੍ਹਾਂ ਜਦੋਂ ਵੀਡੀਓ ਵਾਇਰਲ ਹੋਈ ਸੀਗੀ ਇਹਨਾਂ ਦੀ, ਜਦੋਂ ਆਪਸ ਚ ਝੜਪ ਹੋਈ ਸੀ। ਔਰ ਅਸੀਂ ਇਹੀ ਮਤਲਬ ਸਾਰਾ ਕੁਝ ਹੁਣ ਵੇਖੋ, ਮਰੀਜ਼ ਇੱਥੇ ਇੱਕ ਜਿੱਥੇ 4 ਲੱਖ ਰੁਪਇਆ ਲੱਗਦਾ ਸੀ, ਉਹ ਇੱਥੇ ਹੁਣ 4 ਲੱਖ ਰੁਪਇਆ ਲੱਗਦਾ, ਇੱਥੇ ਸਿਰਫ ਇੱਕ 50-60 ਹਜ਼ਾਰ ਚ ਗੋਡੇ ਬਦਲੇ ਜਾਂਦੇ ਸੀਗੇ, ਠੀਕ ਹੈ। 50-60 ਹਜ਼ਾਰ ਦੇ ਗੋਡੇ ਬਦਲੇ ਜਾਂਦੇ ਸੀਗੇ। ਜੇ ਕਿਸੇ ਆਪਰੇਟ ਕਰਨਾ ਸੀਗਾ ਉਹਨਾਂ ਕੋ, ਜੇ ਕਿਸੇ ਕੋ ਪੈਸੇ ਨਹੀਂ ਹੁੰਦੇ, ਅਸੀਂ ਖੁਦ ਇੱਥੋਂ ਪੈਸੇ ਲੈ ਕੇ, ਭਾਜੀ ਹੁਣੀ ਪੈਸੇ ਲੈ ਕੇ ਤੇ ਉਹ ਆਪਰੇਟ ਖੁਦ ਆਪਣਾ ਸਮਾਨ ਬਾਹਰੋਂ ਮੰਗਾ ਕੇ ਫਿਰ ਆਪਰੇਟ ਕਰਾਉਂਦੇ ਸੀਗੇ। ਫ੍ਰੀ ਉਸ ਕੋਸਟ ਦਵਾਈਆਂ ਮਿਲਦੀਆਂ ਸੀਗੀਆਂ, ਔਰ ਜਿੱਥੇ ਕੋਈ 200 ਦੀ ਦਵਾਈ ਸੀਗੀ ਉਹ ਇੱਕ 20 ਰੁਪਏ ਦੀ ਦਵਾਈ ਇੱਥੇ ਮਿਲਦੀ ਸੀਗੀ। ਔਰ ਮਤਲਬ ਕਾਫੀ ਹੁਣ ਲੋਕਾਂ ਨੂੰ ਇੰਨੀ ਪਰੇਸ਼ਾਨੀ ਆਉਂਦੀ ਆ, ਲੋਕੀ ਆਉਂਦੇ ਨੇ ਦੂਰੋਂ ਆ ਰਹੇ ਨੇ, ਰੋਂਦੇ ਨੇ ਆਣ ਕੇ, ਬਾਹਰੋਂ ਇੰਨੇ ਪੈਸੇ ਲੱਗ ਰਹੇ ਆ, ਔਰ ਇੱਥੇ ਆਣ ਕੇ ਸਾਰਾ ਹੀ ਸਿਸਟਮ ਜਿਹੜਾ ਹੁਣ ਉਹ ਖਰਾਬ ਹੋ ਚੁੱਕਿਆ। ਇਹੀ ਗੱਲ ਆ ਕਿ ਹੁਣ ਜਿਹੜੇ ਪਹਿਲਾਂ ਅੰਦਰ ਸੀਗੇ ਮਰੀਜ਼, ਉਹ ਮਰੀਜ਼ ਹੁਣ ਕਿੱਥੇ ਸ਼ਿਫਟ ਕੀਤੇ ਗਏ ਆ, ਤੇ ਜਿਹੜੇ ਨਵੇਂ ਆ ਰਹੇ ਮਰੀਜ਼, ਕਿਉਂਕਿ ਕਈ ਮਰੀਜ਼ਾਂ ਨੂੰ ਨਹੀਂ ਪਤਾ ਹੁੰਦਾ, ਸੋਸ਼ਲ ਮੀਡੀਆ ਨਹੀਂ ਦੇਖਦੇ, ਤਾਂ ਫਿਰ ਉਹ ਪਰੇਸ਼ਾਨ ਹੋ ਰਹੇ ਆ। ਹਾਂਜੀ, ਬਹੁਤ ਪਰੇਸ਼ਾਨ ਹੋ ਰਹੇ ਆ ਇੱਥੇ। ਔਰ ਵੇਖੋ ਜੀ, ਇੱਥੇ ਇੱਕ ਗਰੀਬਾਂ ਦਾ ਇਹ ਹਸਪੀਟਲ ਖੋਲਿਆ ਸੀਗਾ, ਇੱਕ ਉਸ ਵਾਹਿਗੁਰੂ ਦੀ ਕਿਰਪਾ ਦੇ ਨਾਲ ਖੁੱਲ ਗਿਆ ਸੀਗਾ, ਤੇ ਇਹਦੇ ਨਾਲ ਹਸਪੀਟਲ ਦੇ ਵਿੱਚ ਜਿਹੜੇ ਦਿਨ ਦੁਖੀ ਸੀਗੇ, ਵੇਖੋ ਇੱਥੋਂ ਤੱਕ ਕਿ ਰਾਸ਼ਨ ਵੀ ਇੱਕ ਘੱਟੋ ਘੱਟ ਵੀ 20 ਲੱਖ ਰੁਪਏ ਦਾ ਰਾਸ਼ਨ ਜਿਹੜਾ ਸੀ ਉਹ ਵੰਡਿਆ ਗਿਆ, ਤੇ ਬਹੁਤ ਹੀ ਜ਼ਿਆਦਾ ਹੀ ਸੇਵਾ ਕੀਤੀ, ਬਹੁਤ ਹੀ ਜ਼ਿਆਦਾ ਹੀ ਮਤਲਬ ਇੱਥੇ ਸੇਵਾ ਕਰਨ ਦਾ ਸਾਨੂੰ ਇਹ ਫਲ ਮਿਲਿਆ ਭਾਜੀ ਉਹਨਾਂ ਨੂੰ, ਵੀ ਇੱਕ ਮਤਲਬ ਹਸਪੀਟਲ ਇਸ ਟਾਈਮ ਇਦਾਂ ਬੰਦ ਹੋ ਚੁੱਕਿਆ, ਲੋਕਾਂ ਦੇ ਵਿੱਚ ਇੱਕ ਰੋਸ ਪੈ ਚੁੱਕਿਆ ਕਿ ਹਸਪੀਟਲ ਸੇਵਾ ਵਾਲਾ ਕਿਹੜੀ ਗੱਲੋਂ ਬੰਦ ਕੀਤਾ ਗਿਆ। ਜੇ ਕੋਈ ਮੁੱਦਾ ਸੀਗਾ ਉਹ ਆਪਸ ਚ ਝੜਪ ਦਾ ਮੁੱਦਾ ਸੀਗਾ, ਲੇਕਿਨ ਹਸਪੀਟਲ ਨਹੀਂ ਸੀ ਬੰਦ ਹੋਣਾ ਚਾਹੀਦਾ। ਇਹ ਹੁਣ ਗਰੀਬਾਂ ਦਾ ਇਲਾਜ ਆ, ਕੋਈ ਰੋ ਰਿਹਾ ਵਾ, ਉਹ ਇਲਾਜ ਕੋਲੋਂ ਬੰਦੇ ਮਰ ਜਾਂਦੇ ਆ, ਕੋਈ ਕਿੰਨੇ ਪੈਸੇ 2-2 ਲੱਖ ਰੁਪਏ ਕਿੱਥੋਂ ਦੇਣਾ ਡਾਕਟਰਾਂ ਨੂੰ। ਡਾਕਟਰ ਦੇ ਜੇ ਬੋਡੀ ਵੀ ਉੱਥੇ ਡੈਥ ਹੋ ਜਾਂਦੀ ਆ ਹਸਪੀਟਲਾਂ ਦੇ ਵਿੱਚ, ਲੋਕੀ ਫਿਰ ਵੀ ਪੈਸੇ ਲੈ ਕੇ ਫਿਰ ਕਹਿੰਦੇ ਡੈਡ ਬੋਡੀ ਲੈ ਕੇ ਬਾਹਰ ਜਾਣ ਦੇਣੀ, ਤੇ ਇਹੋ ਜਿਹਾ ਕੰਮ ਨਹੀਂ ਸੀ, ਤੇ ਇੱਥੇ ਇਹੋ ਜਿਹਾ ਕੋਈ ਕੰਮ ਨਹੀਂ ਸੀ ਹੈਗਾ। ਔਰ ਇਦਾਂ ਦਾ ਹੋਣਾ ਵੀ ਨਹੀਂ। ਅਸੀਂ ਰਿਕੁਐਸਟ ਕਰਦੇ ਆ, ਸਰਕਾਰ ਨੂੰ ਵੀ ਰਿਕੁਐਸਟ ਕਰਦੇ ਆ, ਤੇ SDM ਸਾਹਿਬ ਨੂੰ ਵੀ ਰਿਕੁਐਸਟ ਕਰਦੇ ਆ ਵੀ ਇਹਨੂੰ ਹਸਪੀਟਲ ਨੂੰ ਇਹਨੂੰ ਚਲਾਇਆ ਜਾਏ, ਤੇ ਲੋਕਾਂ ਦਾ ਇਹ ਇੱਕ ਇਹੋ ਹੀ ਹਸਪੀਟਲ ਰੱਬ ਸੀਗਾ ਕਿ ਇਹਦੇ ਅੰਦਰ ਇੱਕ ਫ੍ਰੀ ਇਲਾਜ ਹੁੰਦੇ ਸੀਗੇ, ਥੋੜੇ ਪੈਸਿਆਂ ਨਾਲ ਹੱਡੀਆਂ ਟੁੱਟਣੀਆਂ ਲੋਕੀ 35-35 ਹਜ਼ਾਰ 50-50 ਹਜ਼ਾਰ ਰੁਪਇਆ ਲੈਂਦੇ ਸੀਗੇ, ਔਰ ਇੱਥੇ ਸਿਰਫ ਇੱਕ 5,000-6,000 ਚ ਆਪਰੇਟ ਹੋ ਜਾਂਦਾ ਸੀਗਾ। ਤੁਹਾਡੀਆਂ ਗੱਲਾਂ ਤੋਂ 2 ਗੱਲਾਂ ਨਿਕਲ ਕੇ ਆਉਂਦੀਆਂ ਨੇ ਕਿ ਇਹਨੂੰ ਬੰਦ ਕਿਉਂ ਕੀਤਾ। ਇੱਕ ਤਾਂ ਬੰਦ ਕੀਤਾ ਵੀ ਕਹਿੰਦੇ ਵੀ 4 ਡਾਕਟਰ ਪੋਜ਼ਿਟਿਵ ਆ ਗਏ ਤਾਂ ਬੰਦ ਕਰਤਾ। ਦੂਜੇ ਨੰਬਰ ਤੇ ਇਹ ਗੱਲ ਕਿ SDM ਸਾਹਿਬ ਇੱਥੇ ਆਉਂਦੇ ਨੇ, ਉਹ ਕਹਿੰਦੇ ਨੇ ਕਿ ਐਡੀ ਵੱਡੀ ਬਿਲਡਿੰਗ ਕਿਉਂ ਬਣਾਤੀ, ਇਹ ਨਹੀਂ ਬਣਨੀ ਨਹੀਂ ਸੀ ਚਾਹੀਦੀ। ਇਹ 2 ਗੱਲਾਂ ਨੇ, ਇਹਨਾਂ ਦੋਵਾਂ ਗੱਲਾਂ ਚੋਂ ਕਿਹੜੀ ਗੱਲੋਂ ਇਹ ਸੀਲ ਕੀਤਾ? ਇਹ ਸਰ ਇਹ ਹੁਣ ਕਹਿੰਦੇ ਸੀਗੇ ਵੀ ਮੁੱਦਾ ਇਹ ਆ ਕਿ ਅਸੀਂ 14 ਦਿਨਾਂ ਬਾਅਦ ਇਹਨੂੰ ਓਪਨ ਮਤਲਬ ਅਸੀਂ ਕਰ ਸਕਦੇ, ਕਰੋਨਾ ਦਾ ਕਰਕੇ ਇਹਨਾਂ ਨੇ ਕੀਤਾ ਸੀਗਾ, ਬਟ ਇਹ ਬੰਦ ਵੀ ਨਹੀਂ ਸੀ ਹੋ ਸਕਦਾ ਹਸਪੀਟਲ। ਅਵੇਲੇਬਲ ਡਾਕਟਰ ਜਿਹੜੇ ਓਕੇ ਨੇ ਉਹਨਾਂ ਦਾ ਉਹ ਇੱਥੇ ਹਸਪੀਟਲ ਚਲਾ ਸਕਦੇ ਸੀਗੇ, ਔਰ ਮਰੀਜ਼ ਜਿਹੜੇ ਆਉਂਦੇ ਨੇ ਉਹਨਾਂ ਦਾ ਇੱਥੇ ਅਸੀਂ ਚਲੋ ਜੇ ਡਾਕਟਰ ਆਪਰੇਟ ਨਹੀਂ ਹੋ ਸਕਦਾ ਅਸੀਂ ਰੈਫਰ ਤੇ ਕਰ ਸਕਦੇ, ਇੱਥੋਂ ਦਵਾਈ ਤੇ ਦੇ ਸਕਦੇ ਸੀ ਨਾ, ਮੈਡੀਕਲ ਸਟੋਰ ਖੁੱਲ ਸਕਦਾ ਸੀਗਾ ਔਰ ਦਵਾਈਆਂ ਵੀ ਲੈ ਸਕਦੇ ਸੀਗੇ। ਕੁਝ ਹੱਦ ਤੱਕ ਖੁੱਲ ਜਾਂਦਾ ਕਿ ਸੈਨੀਟਾਈਜ਼ ਕਰ ਦਿੰਦੇ, ਤੇ ਕੁਝ ਹੱਦ ਤੱਕ ਖੁੱਲ ਸਕਦਾ ਸੀ, ਕਿਉਂਕਿ ਜੇ ਹਸਪੀਟਲ ਬੰਦ ਹੋਣ ਲੱਗੇ ਤਾਂ ਫਿਰ ਮਰੀਜ਼ ਕਿੱਥੇ ਜਾਣਗੇ। ਹਾਂ, ਫਿਰ ਹਸਪੀਟਲ ਦੇ ਨਾਲ ਹੁਣ ਮਰੀਜ਼ ਜਿਹੜੇ ਉਹ ਨਾ ਤੇ ਸਰਕਾਰੀ ਜਾ ਸਕਦੇ ਆ। ਵੇਖੋ ਸਰਕਾਰੀ ਦੇ ਜਦੋਂ ਸਰਕਾਰੀ ਐਂਬੂਲੈਂਸ ਇੱਥੇ ਆਈ ਆ ਉਹਦੇ ਵਿੱਚ ਬਹੁਤ ਹੀ ਡਸਟ ਹੀਗਾ, ਤੇ ਕੈਂਸਰ ਦਾ ਮਰੀਜ਼ ਇੱਕ ਉਹ ਐਂਬੂਲੈਂਸ ਦੇ ਵਿੱਚ ਪਾਉਣ ਲੱਗੇ ਸੀਗੇ, ਤੇ ਉਹਦੇ ਵਿੱਚੋਂ ਇੰਨਾ ਡਸਟ ਨਿਕਲਿਆ, ਤੇ ਤੁਸੀਂ ਦੱਸੋ ਵੀ ਐਂਬੂਲੈਂਸ ਦੇ ਵਿੱਚ ਉੱਥੇ ਵੀ ਇੱਕ ਕੈਂਸਰ ਮਰੀਜ਼ ਜਾ ਸਕਦਾ ਸੀਗਾ?
ਨਹੀਂ ਇਹ ਤਸਵੀਰਾਂ ਤਾਂ ਪਹਿਲਾਂ ਵੀ ਵਾਇਰਲ ਹੋਈਆਂ ਸਰਕਾਰੀ ਹਸਪਤਾਲਾਂ ਦੀ ਕਿ ਡਸਟ ਬਹੁਤ ਜ਼ਿਆਦਾ ਹੁੰਦੀ, ਉਹ ਚ ਕੋਈ ਫੈਸਿਲਿਟੀ ਨਹੀਂ ਹੁੰਦੀ, ਤੇ ਉਹੋ ਜੀ ਆਈ ਸੀਗੀ ਇੱਥੇ ਵੀ ਲੈਣ। ਇਹ ਇੱਥੇ ਆਈ ਸੀਗੀ, ਬਾਅਦ ਚ ਫਿਰ ਉਹਨਾਂ ਨੇ ਹੋਰ ਇੱਕ ਗੱਡੀ 108 ਨੰਬਰ ਹੋਰ ਫਿਰ ਫੋਨ ਤੇ ਮੰਗਵਾਈ। ਅੱਛਾ, ਉਹ ਕੈਂਸਰ ਦਾ ਪੇਸ਼ੈਂਟ ਉਹਦੇ ਵਿੱਚ ਬੈਠ ਕੇ ਨਹੀਂ ਗਿਆ। ਹਾਂ, ਕੈਂਸਰ ਦਾ ਮਰੀਜ਼ ਉਹਦੇ ਵਿੱਚ ਨਹੀਂ ਭੇਜਿਆ, ਫਿਰ ਦੂਸਰੀ ਐਂਬੂਲੈਂਸ ਭੇਜਿਆ ਸੀਗਾ ਤੇ ਉਹਦੇ ਵਿੱਚ ਡਸਟ ਬਹੁਤ ਸੀਗਾ। ਅੱਛਾ, ਨਵਤੇਜ ਦੇ ਉਸ ਵੀਡੀਓ ਨੂੰ ਵੀ ਲੋਕ ਕਈ ਹੋਰ ਤਰ੍ਹਾਂ ਲੈ ਰਹੇ ਨੇ ਕਿ ਨਵਤੇਜ ਜ਼ਿਆਦਾ ਬੋਲ ਗਏ ਜਾਂ ਜ਼ਿਆਦਾ ਗੁੱਸੇ ਹੋ ਗਏ, ਏਡੀ ਕੋਈ ਗੱਲ ਨਹੀਂ ਸੀ, ਪੁਲਿਸ ਦੀ ਵਰਦੀ ਨੂੰ ਹੱਥ ਪਾਇਆ ਜਾਂ ਡਾਂਗੇ ਸੋਟੇ ਮਾਰੇ, ਇਸੇ ਰੋਡ ਦੇ ਉੱਤੇ ਦੀ ਵੀਡੀਓ ਆ ਉਹ। ਤਾਂ ਤੁਹਾਨੂੰ ਤੁਸੀਂ ਮਹਿਸੂਸ ਕਰਦੇ ਹੋ ਕਿ ਨਵਤੇਜ ਥੋੜਾ ਜਿਹਾ ਵਾਕਈ ਗੁੱਸੇ 'ਚ ਆ ਗਿਆ ਸੀ? ਨਹੀਂ, ਚਲੋ ਵੇਖੋ, ਉਹਨਾਂ ਨੇ ਆਪ ਵੀ ਖੁਦ ਉੱਤੋਂ ਆਣ ਕੇ, ਤੁਸੀਂ ਵੀਡੀਓ ਵੇਖੀ ਹੋਈ ਆ, ਉਹਨਾਂ ਨੇ ਕਿਹਾ ਵੀ ਮੈਨੂੰ ਲੈਣ ਆਏ ਨੇ, ਮੈਂ ਹੁਣ ਇੱਥੋਂ ਜਾਣਾ ਚਾਹੁੰਦਾ ਹਾਂ। ਕਿਉਂਕਿ ਇੱਕ ਵੇਖੋ ਵੀ ਜੋ ਵੀ ਮੁੱਦਾ ਆ ਇੱਕ ਉਸ ਬਹਿਸ ਤੋਂ ਹੀ ਹੋਇਆ, ਇੱਕ ਸਰਕਾਰੀ ਮਤਲਬ ਹੋਣ ਦੇ ਕਰਕੇ ਉਹ ਤੋਂ ਹੀ ਬਹਿਸ ਹੋਈ ਆ। ਉਹਨਾਂ ਨੇ ਇੱਕ ਆਪਣੀ ਵੀ ਸੋਚਿਆ ਕਿ ਸਾਡੀ ਇੱਕ ਮੌਜੂਦਾ ਇੱਕ ਆਫੀਸਰ ਐਸਐਸਓ ਸਾਹਿਬ ਮੌਜੂਦਾ ਹੋਣ ਦੇ ਨਾਂ ਤੇ ਮਤਲਬ ਇੱਕ ਇਹਨਾਂ ਨੇ ਮਤਲਬ ਐਕਸ਼ਨ ਲੈ ਲਿਆ ਇਹਨਾਂ ਨੇ ਵੀ, ਹਨਾ। ਤੇ ਇਸ ਕਰਕੇ ਵੇਖੋ ਜੀ, ਜੇ ਕੋਈ ਮਤਲਬ ਅਸੀਂ ਪਿਆਰ ਨਾਲ ਕੋਈ ਵੀ ਗੱਲਬਾਤ ਜਿਹੜੀ ਉਹ ਪਿਆਰ ਨਾਲ ਹੀ ਹੁੰਦੀ, ਹਨਾ। ਹੁਣ ਜੇ ਗੁੱਸੇ ਲਿਆ ਵਾ ਤੇ ਇਹਨੂੰ ਉਹਨਾਂ ਨੇ ਵੀ ਤੇ ਚੁੱਕ ਕੇ ਲੈ ਖੜ ਕੇ ਆਣ ਕੇ ਕਿੱਦਾਂ ਉਹਨਾਂ ਨੂੰ ਖੜਿਆ। ਇੱਕ ਉਹ ਖੁਦ ਕਹਿ ਰਹੇ ਆ ਕਿ ਮੈਨੂੰ ਰੈਸਟ ਕਰੋ, ਇੱਕ ਰੈਸਟ ਮਤਲਬ ਇਹਦੇ ਵਿੱਚ ਸਾਨੂੰ ਤੇ ਇਹ ਨਹੀਂ ਲੱਗਦਾ ਵੀ ਇਹ ਅਸੀਂ ਰੈਸਟ ਜਿਹੜੀ ਆ ਉਹ ਇੱਥੋਂ ਜਿਹੜੀ ਸੀ ਉਹ ਨਹੀਂ ਸੀ ਹੋਣੀ ਚਾਹੀਦੀ। ਜੇ ਕੋਈ ਹੋਈ ਆ ਜਾਂ ਕੋਈ ਵੀ ਗੱਲਬਾਤ ਆ ਉਹ ਪਿਆਰ ਦੇ ਨਾਲ ਹੋ ਸਕਦੀ ਸੀਗੀ, ਤੇ ਬਟ ਹੁਣ ਉਹਨਾਂ ਦੇ ਜਾਣ ਦੇ ਨਾਲ ਇੱਥੇ ਹੁਣ ਤੱਕ 10 ਲੱਖ ਰੁਪਏ ਦੇ ਪਰੇਡ ਹੀ ਹੋ ਜਾਣੇ ਸੀਗੇ। ਇੱਥੇ ਇੰਨਾ ਨੁਕਸਾਨ ਹੋ ਚੁੱਕਿਆ ਵਾ ਲੋਕਾਂ ਦੇ, ਮਰੀਜ਼ਾਂ ਦਾ, ਕਿ ਬਾਹਰ ਲੋਕੀ ਹੋ ਸਕਦਾ ਹੋਏ ਉਹ ਇਲਾਜ ਖੁਣੋ ਆਪਣੇ ਘਰ ਹੀ ਬੈਠੇ ਹੋਣ। ਬੜੀ ਦੂਰੋਂ ਲੋਕੀ ਆ ਕੇ ਇੱਥੇ, ਕੁਝ ਮੈਨੂੰ ਵੀ ਕਾਲਾਂ ਆਈਆਂ ਵੀ ਅਸੀਂ ਆਪਰੇਟ ਕਰਾਉਣਾ ਤੇ ਇੰਨੇ ਪੈਸੇ, ਸਰ ਸਾਡੇ ਕੋਲ ਪੈਸੇ ਹੈ ਨਹੀਂ। ਤੇ ਸਰ ਹੁਣ ਉਹਨਾਂ ਨੂੰ ਕੁਝ ਦਵਾਈਆਂ ਲੈ ਕੇ ਹੁਣ ਬਾਹਰੋਂ ਦੇ ਰਹੇ ਆ, ਕੁਝ ਲੈ ਕੇ ਵੀ ਦੇ ਰਹੇ ਆ। ਤੇ ਅੱਛਾ, ਜੇ ਵੀ ਤੁਸੀਂ ਬਾਹਰੋਂ ਲੈ ਕੇ ਦੇ ਰਹੇ ਹੋ, ਪਰ ਜਿਹੜਾ ਜਿਨ੍ਹਾਂ ਲੈ ਕੇ ਦੇ ਦੀਆਂ, ਜਦੋਂ ਸਾਡੇ ਕੋਲ ਮਰੀਜ਼ ਹੁੰਦਾ ਹੁਣ ਅਸੀਂ ਤੇ ਉਹਨੂੰ ਦਵਾਈਆਂ ਤਾਂ ਲੈ ਕੇ ਦੇ ਹੀ ਸਕਦੇ ਆ। ਦਵਾਈ ਜਿਹਨੇ ਇੱਥੋਂ ਤੱਕ ਤੇ ਹੋ ਹੀ ਰਿਹਾ ਨਾ। ਹਾਂਜੀ। ਅੱਛਾ, ਇੱਕ ਗੱਲ ਇਹ ਕਿ ਜਦੋਂ ਨਵਤੇਜ ਨੂੰ ਗ੍ਰਿਫਤਾਰ ਕਰਨ ਲਈ ਆਏ ਤਾਂ ਪੁਲਿਸ ਫੋਰਸ ਕਿੰਨੀ ਕੁ ਸੀਗੀ ਉਦੋਂ ਤੁਸੀਂ ਦੇਖ ਹੀ ਰਹੇ ਹੋ ਵੀਡੀਓ ਵਿੱਚ, ਤੇ ਕਾਫੀ ਫੋਰਸ ਆ ਚੁੱਕੀ ਸੀਗੀ ਇੱਥੇ, ਤੇ ਕਾਫੀ ਜਾਣੇ ਸੀਗੇ, ਬਹੁਤ ਜਾਣੇ ਸੀਗੇ। ਹਾਂਜੀ। ਤੁਸੀਂ ਇਸ ਸਾਰੇ ਇੰਸੀਡੈਂਟਸ ਨੂੰ ਕਿਵੇਂ ਦੇਖਦੇ ਹੋ? ਕਿਉਂਕਿ ਨਿਚੋੜ ਕੀ ਕੱਢਦੇ ਹੋ ਕਿ ਹਸਪੀਟਲ ਦੇ ਉੱਪਰ ਹੁਣ ਸ਼ਿਕੰਜਾ ਕੱਸ ਸਕਦੇ ਆ ਪ੍ਰਸ਼ਾਸਨ, ਕਿਉਂਕਿ ਇੱਕ ਨਵਤੇਜ ਦੀ ਇੱਕ ਵੀਡੀਓ ਨਾਲ ਜਾਂ ਇੱਕ ਉਹਦੀ ਬਹਿਸ ਦੇ ਨਾਲ ਹਸਪੀਟਲ ਨੂੰ ਖਤਰਾ ਹੋ ਸਕਦਾ? ਇਹ ਸਰ, ਇਹ ਤੇ ਹੁਣ ਮਤਲਬ ਇਹ ਸਰਕਾਰ ਹੀ ਆ, ਜੇ ਸਾਡੀ ਮਤਲਬ ਐਸਡੀਐਮ ਸਾਹਿਬ ਹੀ ਆ, ਐਸਡੀਐਮ ਸਾਹਿਬ ਨੂੰ ਚਾਹੀਦਾ ਕਿ ਇਸ ਇੱਕ ਜੇ ਉਹ ਨਜ਼ਰੀਆ ਇੱਕ ਰੱਬ ਦੇ ਰੂਪ ਵਿੱਚ ਵੇਖਣ ਵੀ ਜੇ ਲੋਕਾਂ ਜਿਹੜੇ ਗਰੀਬ ਲੋਕ ਛੋਟੀ ਲੈਵਲ ਤੇ ਦੁਨੀਆ ਦੇਖਣ ਵੀ ਉਹ ਆਪਰੇਟ ਨਹੀਂ ਕਰਾ ਸਕਦੇ, ਇਸ ਹਸਪੀਟਲ ਨੂੰ ਉਹ ਖਿਲਾ ਵੀ ਸਕਦੇ, ਉਹ ਖੁਦ ਕਰ ਸਕਦੇ ਨੇ ਕੰਮ। ਤੇ ਇਹਨੂੰ ਹਸਪੀਟਲ ਨੂੰ ਚੱਲਣਾ ਚਾਹੀਦਾ ਵਾ। ਅਸੀਂ ਤੇ ਇਹੋ ਦੁਆ ਕਰਦੇ ਹਾਂ ਉਸ ਪ੍ਰਮਾਤਮਾ ਅੱਗੇ ਕਿ ਇਸ ਹਸਪੀਟਲ ਨੂੰ ਜਲਦੀ ਤੋਂ ਜਲਦੀ ਓਪਨ ਕੀਤਾ ਜਾਏ। ਅੱਛਾ, ਹੁਣ ਨਵਤੇਜ ਰਿਮਾਂਡ ਤੇ ਨੇ ਤੇ ਤੁਸੀਂ ਹੁਣੇ ਮਿਲ ਕੇ ਵੀ ਆਏ ਹੋ, ਰੋਟੀ ਦੇ ਕੇ ਆਏ ਹੋ ਉਹਨਾਂ ਨੂੰ। ਨਵਤੇਜ ਦੀ ਕੀ ਹਾਲਤ ਹੈ ਇਸ ਵੇਲੇ, ਉਹ ਕੀ ਕਹਿ ਰਹੇ ਨੇ, ਜਾਂ ਹਸਪੀਟਲ ਦੇ ਸੰਬੰਧ ਵਿੱਚ ਕੋਈ ਗੱਲਬਾਤ ਕੀਤੀ ਉਹਨਾਂ ਨੇ? ਹਾਂਜੀ, ਹਸਪੀਟਲ ਵਿੱਚ ਉਹਨਾਂ ਨੂੰ ਇਹੋ ਹੀ ਆ, ਉਹੀ ਇਹ ਚਾਹੁੰਦੇ ਆ ਕਿ ਆਪਾਂ ਗਰੀਬਾਂ ਦਾ ਇਲਾਜ ਕਰੀਏ ਔਰ ਹਸਪੀਟਲ ਜਿਹੜਾ ਉਹ ਜਲਦੀ ਖੋਲ੍ਹਿਆ ਜਾਏ। ਤਾਂ ਹੁਣ ਉਹ ਇਸ ਵੇਲੇ ਕੀ ਮਹਿਸੂਸ ਕਰ ਰਹੇ ਆ? ਕੋਈ ਆਪਣੇ ਆਪ 'ਚ ਜਾਂ ਗੱਲ ਕਰ ਰਿਹਾ ਕਿ ਹਾਂ ਸਾਡੇ ਕੋਲ ਗਲਤੀ ਹੋ ਗਈ? ਕਿਉਂਕਿ ਇੱਕ ਵੀਡੀਓ ਕਰਕੇ ਕੋਈ ਗੱਲ ਨਹੀਂ ਕਿ ਹੈਗੀ, ਔਰ ਬਹੁਤ ਵਧੀਆ ਹੀ ਹੈ। ਉਹ ਹੁਣ ਮੈਂ ਰੋਟੀ ਦੇ ਕੇ ਆਇਆ ਸੀ, ਠੀਕ ਸੀਗੇ, ਬਟ ਫਿਰ ਵੀ ਚਲੋ ਜਦੋਂ ਅਸੀਂ ਕਸਟਡੀ 'ਚ ਰਹਿਣਾ ਆ, ਉਹ ਤੇ ਤੁਹਾਨੂੰ ਪਤਾ ਹੀ ਆ, ਸਾਰਿਆਂ ਨੂੰ ਪਤਾ ਵੀ ਉਹਦੇ ਵਿੱਚ ਉੱਥੇ ਕਿੱਦਾਂ ਬੈਠਾ ਜਾਂਦਾ, ਕਿੱਦਾਂ ਰਿਹਾ ਜਾਂਦਾ, ਉਹ ਤੇ ਸਾਰਿਆਂ ਨੂੰ ਪਤਾ। ਕੁੱਟਮਾਰ ਤਾਂ ਨਹੀਂ ਹੋਈ ਉਹਨਾਂ ਨਾਲ ਉੱਥੇ? ਨਹੀਂ ਸਰ, ਇਦਾਂ ਦੀ ਕੋਈ ਗੱਲ ਨਹੀਂ ਮਤਲਬ ਹੋਈ, ਇਦਾਂ ਦੀ ਕੋਈ ਗੱਲ। ਹਾਂਜੀ। ਤਾਂ ਕੱਲ ਨੂੰ ਮੈਨੂੰ ਲੱਗਦਾ ਕਿ ਉਹਨਾਂ ਦੀ ਪੇਸ਼ੀ ਹੋਊਗੀ ਉੱਥੇ, ਤਾਂ ਕੀ ਲੱਗਦਾ ਕਿ ਕਿੱਦਾਂ ਦੇ ਰਿਜ਼ਲਟ ਆਉਣ ਦੀ ਕੋਈ ਆਸ ਹੈਗੀ ਤੁਹਾਨੂੰ? ਕਿਉਂਕਿ ਤੁਸੀਂ ਵਕੀਲਾਂ ਨਾਲ ਵੀ ਗਿਲ ਰਹੇ ਹੋਵੋਗੇ, ਉਹ ਕੀ ਕਹਿ ਰਹੇ ਨੇ ਅੱਜ ਕੱਲ? ਇਹ ਆਸ ਆ ਕਿ ਕੱਲ ਸਾਨੂੰ ਆਸ ਆ ਕਿ ਸਾਡਾ ਸਾਥ ਦੇਣਗੇ ਜੱਜ ਸਾਹਿਬ ਵੀ। ਚਲੋ ਸਾਨੂੰ ਇਹ ਤੇ ਨਹੀਂ ਕਹਿ ਸਕਦੇ, ਪਰ ਲੇਕਿਨ ਕੱਲ ਕੁਝ ਆਸ ਹੈ ਕਿ ਜ਼ਮਾਨਤ ਹੋ ਜਾਏਗੀ, ਔਰ ਪੁਲਿਸ ਵੀ ਹੁਣ ਸਾਥ ਥੋੜਾ ਦੇ ਰਹੀ ਹੈ ਕਿ ਅਸੀਂ ਇਹਨੂੰ ਮਤਲਬ ਇੱਕ ਉਹਨਾਂ ਨੂੰ ਵੀ ਪਤਾ ਵੀ ਇੱਕ ਸੇਵਾ ਕਰ ਰਹੇ ਨੇ, ਔਰ ਆਲਰੇਡੀ ਸੇਵਾ ਹੋ ਰਹੀ ਹੈ ਇੱਥੇ। ਔਰ ਵੇਖੋ ਜੀ, ਹੁਣ ਸਾਰੇ ਪ੍ਰੋਪਰ ਇੱਕੋ ਜਿਹੇ ਨਹੀਂ ਹੁੰਦੇ ਹੈਗੇ, ਨਾ ਹੀ ਉਹ ਹੁਣ ਸਾਰੇ ਇਨਸਾਨ ਤੇ ਇੱਕੋ ਜਿਹੇ ਹੈ ਨਹੀਂ। ਉਹ ਸਾਰੇ ਰਿਸਪੈਕਟ, ਜੋ ਪੁਲਿਸ ਵੀ ਰਿਸਪੈਕਟ ਆਲਰੇਡੀ ਸੇਵਾ ਕਰ ਰਹੀ ਆ, ਤੁਸੀਂ ਵੀਡੀਓ 'ਚ ਵੇਖ ਰਹੇ ਹੋ, ਆਲਰੇਡੀ ਪੁਲਿਸ ਸੇਵਾ ਕਰ ਰਹੀ ਆ।
ਔਰ ਕੁਝ ਇਨਸਾਨ ਹੁੰਦੇ ਨੇ ਜਿਹੜੇ ਨਹੀਂ ਸਮਝ ਪਾਉਂਦੇ ਵੀ ਆਪਾਂ ਤੁਸੀਂ ਗੱਲ ਕੀਤੀ ਕਿ ਕੁਝ ਇਨਸਾਨ ਹਰ ਤਰ੍ਹਾਂ ਦਾ ਨਹੀਂ ਹੁੰਦਾ। ਮੈਂ ਬਟਾਲੇ ਤੋਂ ਜਦੋਂ ਐਂਟਰ ਕੀਤਾ ਤਾਂ ਪੁੱਛਿਆ ਵੀ ਮੈਂ ਇੱਥੇ ਇਸ ਹਸਪੀਟਲ 'ਚ ਜਾਣਾ, ਰਸਤਾ ਮੈਨੂੰ ਦੱਸੋ। ਤਾਂ ਜਦੋਂ ਇੱਕ ਦੋ ਜਣਿਆਂ ਨਾਲ ਖੜ ਕੇ ਮੈਂ ਗੱਲ ਵੀ ਕੀਤੀ ਤਾਂ ਕੁਝ ਲੋਕ ਕਹਿੰਦੇ ਕਿ ਨਹੀਂ, ਨਵਤੇਜ ਠੀਕ ਨਹੀਂ ਆ, ਨਵਤੇਜ ਗਲਤ ਆ। ਕੋਈ ਇਦਾਂ ਦੀ ਵੀ ਕੋਈ ਗੱਲ ਹੈਗੀ? ਮੈਨੂੰ ਤਾਂ ਐਂਟਰੀ ਦੇ ਉੱਤੇ ਇਹੀ ਸੁਣਨ ਨੂੰ ਮਿਲਿਆ ਕਿ ਨਹੀਂ, ਨਵਤੇਜ ਗਲਤ ਆ, ਉਹਨੇ ਵੀਡੀਓ ਬਣਾ ਲਈ ਜਾਂ ਉਹ ਪੈਸੇ ਦੇ ਲਈ ਇਹ ਸਭ ਕੁਝ ਕਰ ਰਿਹਾ। ਨਹੀਂ ਸਰ, ਇਦਾਂ ਦੀ ਕੋਈ ਗੱਲ ਨਹੀਂ ਆ ਹੁਣ ਹਸਪੀਟਲ ਬਣਾਇਆ, ਤੁਸੀਂ ਦੱਸੋ 15 ਲੱਖ ਰੁਪਇਆ 20 ਲੱਖ ਰੁਪਇਆ ਹਸਪੀਟਲ ਦਾ ਖਰਚਾ ਵਾ, ਤੇ ਸਰ ਵੇਖੋ ਕਿ ਹਸਪੀਟਲ ਦਾ ਜਿਹੜਾ ਖਰਚਾ ਉਹ ਕਿੱਥੋਂ ਆ ਰਿਹਾ ਵਾ। ਉਹ ਹਸਪੀਟਲ ਦੇ ਵਿੱਚ ਇੱਕ 7500 ਰੁਪਏ 5000 ਚ ਕਈ ਵਾਰ ਨਹੀਂ ਵੀ ਅਸੀਂ ਪੈਸੇ ਲੈਂਦੇ, ਉਹ ਇਹਨਾਂ ਨੇ ਪੈਸਿਆਂ ਦੇ ਵਿੱਚ ਇਹਨਾਂ ਨੇ ਪੈਸੇ ਵਿੱਚ ਆਪਰੇਟ ਹੋ ਰਿਹਾ ਵਾ, ਤੇ ਉਹਦੇ ਨਾਲ ਤੁਸੀਂ ਵੇਖੋ ਕਿ ਕਿੰਨਾ ਫਾਇਦਾ ਹੋ ਰਿਹਾ ਵਾ। ਇਹ ਤੇ ਬਿਲਕੁਲ ਹੀ ਗਲਤ ਗੱਲ ਹੈ ਸਰ, ਬਿਲਕੁਲ ਗਲਤ ਗੱਲ ਆ। ਜਿਨ੍ਹਾਂ ਨੇ ਵੀ ਤੁਹਾਡੇ ਨਾਲ ਕੋਈ ਗੱਲ ਕੀਤੀ ਆ ਜਾਂ ਕਿਸ ਤਰ੍ਹਾਂ ਵੀ, ਇਦਾਂ ਦੀ ਕੋਈ ਗੱਲ ਨਹੀਂ ਗੀ ਹੈਗੀ। ਅੱਛਾ, ਮੇਨਲੀ ਇੱਥੇ ਕਿਹੜੇ ਇਲਾਜ ਹੁੰਦੇ ਨੇ? ਮੈਂ ਸੁਣਿਆ ਸੀ ਕਿ ਚੂਲੇ ਦਾ ਵੀ ਹੁੰਦਾ ਇੱਕ, ਕਿ ਜਾਂ ਸਾਰੇ ਹੀ ਹੁੰਦੇ ਸੀਗੇ, ਜਾਂ ਕੋਈ ਮੇਨਲੀ ਕੋਈ ਚੀਜ਼ਾਂ ਰੱਖੀਆਂ ਨੇ ਕਿ ਉਹ? ਚੂਲੇ ਦਾ ਵੀ ਹੁੰਦਾ ਸੀਗਾ ਆਪਰੇਟ, ਡਿਲੀਵਰੀ ਕੇਸ ਵੀ ਆ, ਔਰ ਕੈਂਸਰ ਵੀ ਹੋਇਆ ਸੀਗਾ, ਸਿਰ ਦਾ ਕੈਂਸਰ ਵੀ ਹੋਇਆ ਵਾ। ਸਾਰਾ ਕੁਝ ਬਹੁਤ ਹੀ ਵਧੀਆ ਸਰ ਹੋ ਰਿਹਾ ਸੀਗਾ। ਇਦਾਂ ਦੇ ਪੈਸੇ ਦੇ ਖਾਤਰ ਕੋਈ ਨਹੀਂ ਕਿਸੇ ਨੂੰ, ਉਹਨਾਂ ਨੂੰ ਕੋਈ ਲਾਲਚ ਹੀ ਨਹੀਂ ਹੈ, ਉਹਨਾਂ ਨੂੰ ਕੋਈ ਲਾਲਚ ਨਹੀਂ ਹੈਗਾ। ਜਿਵੇਂ ਮੰਨ ਲਓ ਕਿਸੇ ਤੇ ਆਪਰੇਸ਼ਨ ਤੇ 2 ਲੱਖ ਰੁਪਇਆ ਲੱਗਣਾ, ਤਾਂ ਉਹ 2 ਲੱਖ ਰੁਪਇਆ ਤਾਂ ਜਿਹੜੀ ਕਾਸਟ ਉਹ ਤਾਂ ਆਉਣੀ ਹੀ ਆਉਣੀ। ਠੀਕ ਹੈ, ਡਾਕਟਰ ਦੀ ਫੀਸ ਕੱਢ ਲੈਂਦੇ ਆ ਆਪਾਂ, 1.5 ਲੱਖ ਰੁਪਇਆ ਮੰਨ ਲਓ ਵੀ ਡਾਕਟਰ ਦੀ ਫੀਸ ਆਪਾਂ 3.5 ਲੱਖ 4 ਲੱਖ ਰੁਪਇਆ ਡਾਕਟਰ ਦੀ ਫੀਸ ਆ ਮਹੀਨੇ ਦੀ। ਹਾਂ, 4 ਲੱਖ ਰੁਪਇਆ ਫੀਸ ਆ ਮਹੀਨੇ ਦੀ। ਜੇ ਅਸੀਂ ਕਿਸੇ ਕੋ ਕੋਈ ਜਾਂ 2000 ਲੈਨੇ 3000 ਲੈਨੇ ਆ, ਜੇ ਉਹਦੇ ਵੇਖੋ ਵੀ ਅਸੀਂ ਉਹ ਇੱਕ ਦਵਾਈਆਂ ਦਾ ਔਰ ਇੱਕ ਆਪਰੇਟ ਦਾ ਔਰ ਡਾਕਟਰ ਦੀ ਤਨਖਾਹ, ਉਹ ਤੇ ਅਸੀਂ ਮਤਲਬ ਅਵੇਲੇਬਲ ਹੋਣੀ ਚਾਹੀਦੀ ਆ। ਕਿ ਤੁਸੀਂ ਦੱਸੋ ਨਹੀਂ ਹੋਣੀ ਚਾਹੀਦੀ ਇਹ ਜੀ? ਮੇਰਾ ਉਹੀ ਸਵਾਲ ਸੀਗਾ ਕਿ ਜੇ ਮੰਨ ਲਓ 2 ਲੱਖ ਰੁਪਇਆ ਖਰਚਾ ਆ ਗਿਆ ਇੱਕ ਤੇ, ਤਾਂ ਤੁਸੀਂ, ਮੈਨੂੰ ਲੱਗਦਾ ਕਿ ਪੇਸ਼ੈਂਟ ਤੋਂ ਇੰਨੇ ਪੈਸੇ ਤਾਂ ਨਹੀਂ ਲੈਂਦੇ ਹੋਗੇ, ਹਨਾ? 2 ਲੱਖ ਰੁਪਇਆ ਨਹੀਂ ਲੈਂਦੇ, ਤਾਂ ਫਿਰ ਉਹ ਪੈਸੇ ਕਿੱਦਾਂ ਅਰੇਂਜ ਕਰਦੇ ਹੋ? ਤੇ ਪੇਸ਼ੈਂਟ ਤੋਂ 2 ਲੱਖ ਰੁਪਏ ਦੇ ਹਿਸਾਬ ਨਾਲ ਕਿੰਨੇ ਕੁ ਪੈਸੇ ਲੈਂਦੇ ਹੋ ਤੁਸੀਂ? ਸਾਰੇ ਕਿ ਜੇ 2 ਲੱਖ ਦਾ ਆਪਰੇਟ ਆ, ਤੇ ਉਹਦੇ ਵਿੱਚ ਅਸੀਂ ਸਿਰਫ 20-25 ਹਜ਼ਾਰ ਦੇ ਵਿੱਚ ਅਸੀਂ ਆਪਰੇਟ ਕਰ ਦਿੰਦੇ। ਹਾਂਜੀ। ਤੇ ਜਿਹੜਾ ਬਾਕੀ ਖਰਚਾ ਫਿਰ ਉਹ ਕੋਈ ਤੁਹਾਨੂੰ ਫੰਡਿੰਗ ਜਾਂ ਕੋਈ ਲੋਕ ਸਹਾਇਤਾ ਕਰਦੇ ਨੇ? ਹਾਂਜੀ, ਬਾਹਰੋਂ ਜਿਹੜੇ NRI ਆ ਉਹਨਾਂ ਦਾ ਬਹੁਤ ਧੰਨਵਾਦ ਆ, ਔਰ ਉਹਨਾਂ ਦੇ ਸਿਰ ਤੇ ਸਾਰਾ ਹਸਪੀਟਲ ਚੱਲ ਰਿਹਾ ਵਾ। ਔਰ ਕੁਝ ਬੜੇ ਦਾਨੀ ਬੈਠੇ ਨੇ ਜਿਹੜੇ ਮਤਲਬ ਇੱਕ ਜਿੱਥੇ ਕੋਈ ਵੇਖੋ ਕਿ ਅਸੀਂ ਮੰਨ ਲਓ ਕੋਈ ਗਰੀਬ ਆ, ਉਹ ਅਸੀਂ ਆਪਣੇ ਲਈ ਅਸੀਂ ਇੰਨਾ ਕੁਝ ਵੇਖੋ ਬਣਾਉਂਦੇ, ਆਪਣੇ ਬੱਚਿਆਂ ਲਈ ਪੜ੍ਹਾਈ ਦਾ, ਬੱਚਿਆਂ ਨੂੰ ਅਸੀਂ ਜਨਮ ਦਿਨ ਮਨਾਉਂਦੇ, ਕਦੀ ਕੁਝ ਕਰਦੇ ਆ, ਵੇਖੋ ਆਪਣੇ ਸ਼ੌਂਕ ਪੂਰੇ ਕਰਦੇ। ਜਦੋਂ ਕੋਈ ਗਰੀਬ ਬੱਚਾ ਆ ਜਾਂਦਾ ਵਾ, ਉਹਨੂੰ ਅਸੀਂ ਇੱਕ ਮਤਲਬ 10 ਰੁਪਏ ਦੇ ਕੇ ਤੇ ਤੋੜ ਦਿੰਦੇ। ਤੇ ਸਰ ਇਦਾਂ ਦੀ ਇੱਥੇ ਸੋਚ ਨਹੀਂ ਹੈਗੀ। ਜੇ ਜਿੰਨੇ ਪੈਸੇ ਹੋਣੇ ਭਾਜੀ ਉਹਨਾਂ ਨੇ ਕੱਢ ਕੇ ਫੜਾ ਦੇਣੇ ਵੀ ਆ ਲਓ ਫੜੋ ਆਪਣਾ, ਤੁਸੀਂ ਲੈ ਜਾਓ, ਆਪਣੀ ਫੀਸ ਦੇ ਦਿਓ। ਸਕੂਲ ਦੀ ਫੀਸ ਤੱਕ ਜਿਹੜੇ ਗਰੀਬਾਂ ਦੀ ਉਹ ਵੀ ਦੇ ਦਿੰਦੇ ਸੀਗੇ। ਹਾਂਜੀ। ਅੱਛਾ, ਤੁਸੀਂ ਐਜ਼ ਉਹਨਾਂ ਦੇ ਬ੍ਰਦਰ ਕੀ ਸੋਚਦੇ ਹੋ ਇਹਦਾ ਭਵਿੱਖ ਕੀ ਹੋ ਸਕਦਾ? ਕਿਉਂਕਿ ਹੁਣ ਤਾਂ ਗੁੰਝਲਦਾਰ ਹੁੰਦਾ ਨਜ਼ਰ ਆ ਰਿਹਾ ਵਾ। ਹਸਪੀਟਲ ਦਾ ਭਵਿੱਖ ਕੀ ਹੁੰਦਾ? ਗੁੱਗੂ ਦੀ ਆਪਾਂ ਨਹੀਂ ਗੱਲ ਕਰਦੇ। ਤੇ ਸਰ ਸਾਨੂੰ ਆਸ ਆ ਫਿਰ ਵੀ ਆਪਾਂ ਸਰਕਾਰ ਅੱਗੇ ਇਹੋ ਮੰਗ ਕਰਦੇ ਆ ਕਿ ਇਹਨੂੰ ਹਸਪੀਟਲ ਨੂੰ ਖੋਲਿਆ ਜਾਏ, ਔਰ ਜਲਦੀ ਤੋਂ ਜਲਦੀ ਖੋਲਿਆ ਜਾਏ। ਜਿਹੜੇ ਮਰੀਜ਼ ਆਉਂਦੇ ਨੇ ਉਹ ਇੱਥੋਂ ਨਾ ਮੁੜਨ, ਤੇ ਉਹਨਾਂ ਦਾ ਇੱਕ ਬਹੁਤ ਹੀ ਸਸਤਾ ਇਲਾਜ ਹੁੰਦਾ ਸੀਗਾ। ਇੱਕ ਮੈਂ ਹੁਣੇ ਤੁਹਾਡੇ ਕੋਲ ਦੱਸਦਾ ਕਿ ਮੇਰੇ ਕੋਲ ਇੱਕ ਸ਼ਿਕਾਰ ਮਾਸੀਆਂ ਕੋਲ ਲੇਡੀਜ਼ ਆਈ ਸੀ, ਔਰ ਉਹਨੇ ਆਣ ਕੇ ਇੱਥੇ ਕਿਹਾ ਕਿ ਮੇਰੇ ਕੋਲ 11000 ਰੁਪਇਆ ਸਰਕਾਰੀ ਹਸਪੀਟਲ ਇੱਕ ਮੰਗ ਰਹੇ ਆ। ਵੇਖੋ ਇੰਨੀਆਂ ਤਨਖਾਹਾਂ ਨੇ ਉੱਥੇ, 11000 ਰੁਪਇਆ ਆਪਰੇਟ ਕਰਨ ਦਾ ਇੱਕ ਉਹਨਾਂ ਦਾ ਮਤਲਬ ਉਹਨਾਂ ਦੇ ਰਸੌਲੀ ਸੀ ਪੇਟ 'ਚ, ਔਰ 11000 ਰੁਪਇਆ ਮੰਗ ਰਹੇ ਸੀਗੇ। ਅਸੀਂ ਇੱਥੇ ਆਲਰੇਡੀ 5000 ਚ ਆਪਰੇਟ ਕਰ ਦਿੱਤਾ। ਹਾਂਜੀ, ਕਰ ਦਿੱਤਾ। ਤੇ ਦਵਾਈਆਂ ਵੀ ਜਿਹੜੀਆਂ ਉਹ ਫ੍ਰੀ। ਵੇਖੋ ਏਸੀ ਲੱਗ ਰਹੇ ਨੇ, ਏਸੀ ਚੱਲ ਰਹੇ ਨੇ, ਔਰ ਏਸੀਆਂ ਇੱਕ ਰੂਮ ਦਾ ਵੀ ਕਿਰਾਇਆ ਨਹੀਂ ਹੈਗਾ ਇੱਥੇ ਕਿ ਅਸੀਂ ਇੱਕ ਰੂਮ ਦਾ ਵੀ ਕੋਈ ਕਿਰਾਇਆ ਲਿਆ ਹੋਏ ਇੱਥੋਂ ਇਹਨਾਂ ਤੋਂ। ਔਰ ਏਸੀ ਰੂਮ ਨੇ, ਸਾਰੇ ਵਾਰਡਾਂ ਵਿੱਚ ਏਸੀ ਲੱਗੇ ਹੋਏ ਆ। ਔਰ 2-2 ਲੱਖ ਰੁਪਏ ਦਾ ਬਿੱਲ ਆਉਂਦਾ, ਬਿੱਲ ਵੀ ਤਾਰਿਆ ਲੋਕਡਾਊਨ ਵਿੱਚ, ਬਿੱਲ ਤਾਰਿਆ, ਸਾਨੂੰ ਮਾਫ ਨਹੀਂ ਕੀਤਾ ਕਿ ਇੱਕ ਹਮਿੰਟੀ ਇੱਕ ਸੇਵਾ ਵਾਲਾ ਹਸਪੀਟਲ ਹੈ। ਤੇ ਅਸੀਂ ਸਰਕਾਰ ਅੱਗੇ ਇਹੋ ਮੰਗ ਕਰਦੇ ਆ ਕਿ ਇਹਨੂੰ ਜਲਦੀ ਤੋਂ ਜਲਦੀ ਖੋਲਿਆ ਜਾਏ। ਇੱਕ ਵੇਖੋ ਵੀ ਬਹੁਤ ਜ਼ਰੂਰੀ ਆ। ਹੋਰ ਵੇਖੋ ਇੱਕ ਵਰਲਡ ਲੈਵਲ ਤੇ ਇੱਕ ਹਸਪੀਟਲ ਆ, ਸਾਰੀ ਦੁਨੀਆ ਨੂੰ ਪਤਾ ਕਿ ਇੱਥੇ ਇੱਕ ਇਲਾਜ ਹੋ ਰਿਹਾ ਵਾ। ਔਰ ਜੋ ਇੱਥੇ ਤੇ ਹੁਣ ਸਾਰਿਆਂ ਨੂੰ, ਜੇ ਉਹ ਮਰੀਜ਼ ਹੁੰਦੇ ਤਾਂ ਤੁਹਾਨੂੰ ਉਹਨਾਂ ਨੇ ਆਪੇ ਦੱਸ ਦੇਣਾ ਸੀਗਾ ਕਿ ਸਾਡੇ ਲਈ ਇਹ ਹਸਪੀਟਲ ਕੀ ਸੀਗਾ। ਬਿਲਕੁਲ, ਮਰੀਜ਼ ਤਾਂ ਇੱਥੇ ਚਲੋ ਖੈਰ ਨਹੀਂ ਆ, ਅੰਦਰ ਵੀ ਨਹੀਂ ਹੈਗੇ। ਸੋ ਸੁਖਵਿੰਦਰ ਸਿੰਘ ਜੀ ਬਹੁਤ ਬਹੁਤ ਧੰਨਵਾਦ। ਸੋ ਇਹ ਨੇ ਨਵਤੇਜ ਗੁੱਗੂ ਹੁਣਾਂ ਦੇ ਬ੍ਰਦਰ। ਅਸੀਂ ਇਹੀ ਜਾਣਨ ਲਈ ਇੱਥੇ ਪਹੁੰਚੇ ਹਾਂ ਕਿ ਅਸਲ ਦੇ ਵਿੱਚ ਹਸਪੀਟਲ ਦੀ ਕੀ
ਇਸ ਵੇਲੇ ਮੌਜੂਦਾ ਹਾਲਤ ਕੀ ਆ ਤੁਸੀਂ ਦੇਖ ਸਕਦੇ ਹੋ ਕਿ ਜਿੰਦਰਾ ਵੱਜਾ ਹੋਇਆ। ਜਿਹੜੇ ਪੇਸ਼ੈਂਟ ਅੰਦਰ ਸੀਗੇ, ਕੋਈ ਗਿਣਤੀ ਹੈ ਸੁਖਵਿੰਦਰ ਕਿ ਅੰਦਰ ਕਿੰਨੇ ਕੁ ਪੇਸ਼ੈਂਟ ਸੀਗੇ ਜਿਹੜੇ ਹੁਣ ਸ਼ਿਫਟ ਕਰਤੇ ਸਾਰੇ? ਸਰ ਪੇਸ਼ੈਂਟ ਕੋਈ ਪੇਸ਼ੈਂਟ ਅੰਦਰ 300-400 ਬੈੱਡ ਦਾ ਮਤਲਬ ਅਰੇਂਜਮੈਂਟ ਹੈਗਾ ਜੀ। ਤੇ ਸਰ 200 ਬੈੱਡ ਤੇ ਆਲਰੇਡੀ ਇੱਥੇ ਪੇਸ਼ੈਂਟ ਸੀਗੇ ਜਿਹੜੇ ਅਸੀਂ ਹਾਂ ਜੀ ਲਗਭਗ ਕਹਿ ਸਕਦੇ ਕਿ 200 ਮਰੀਜ਼ ਅੰਦਰ ਸੀਗੇ ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਜਿਨ੍ਹਾਂ ਦਾ ਇਲਾਜ ਚੱਲ ਰਿਹਾ ਸੀਗਾ। ਔਰ ਇਹ ਮਤਲਬ ਇਸੇ ਕਰਕੇ ਉਹ ਲਾਸਟ ਟਾਈਮ ਇਹਨਾਂ ਨੇ ਮਤਲਬ ਆਣ ਕੇ ਇੱਥੋਂ ਜਿਹੜੇ ਆਪਰੇਟ ਹੋਏ ਸੀਗੇ ਉਹ ਆਪਰੇਟ ਕੱਢਨੇ ਆਪਰੇਟ ਜਿਹੜੇ ਸੀਗੇ ਉਸ ਟਾਈਮ ਤੇ ਜਿਹੜੇ ਮਰੀਜ਼ ਸੀ ਆਪਰੇਟ ਕੀਤੇ ਜਿਨ੍ਹਾਂ ਦਾ ਆਪਰੇਟ ਮੰਨ ਲਓ ਕੱਲ ਹੋਇਆ ਉਹ ਵੀ ਮਰੀਜ਼ ਜਿਹੜੇ ਉਹ ਮਤਲਬ ਇਹਨਾਂ ਨੇ ਸ਼ਿਫਟ ਜਿਹੜੇ ਉਹ ਕੁਝ ਸਰਕਾਰੀ ਔਰ ਕੁਝ ਗੁਰਦਾਸਪੁਰ ਸ਼ਿਫਟ। ਇਹ ਵੀ ਇੱਕ ਸਵਾਲ ਹੈ ਕਿ ਜਿਨ੍ਹਾਂ ਦੇ ਮੰਨ ਲਓ ਵੀ ਉਦੋਂ ਹੀ ਮਰੀਜ਼ ਕੱਢੇ ਜਾਣੇ ਸੀਗੇ ਜਿੱਦਣ ਨਵਤੇਜ ਸਿੰਘ ਨੇ ਜਾਣਾ ਸੀਗਾ ਤੇ ਉਦੋਂ ਹੀ ਮਰੀਜ਼ ਇਹਨਾਂ ਨੂੰ ਇੱਕ ਦਿਨ ਪਹਿਲੇ ਕੱਢਣੇ ਤੇ ਇਦਾਂ ਨਹੀਂ ਸੀ ਚਾਹੀਦਾ। ਹਾਂ ਕਿਉਂਕਿ ਜਿਨ੍ਹਾਂ ਦੇ ਇੱਕ ਦੋ ਦਿਨ ਪਹਿਲਾਂ ਜੇ ਹੋਏ ਤਾਂ ਕਿਉਂਕਿ 15 20 ਦਿਨ ਦਾ ਮਹੀਨਾ ਵੀ ਕਈ ਕਹਿੰਦੇ ਕਿ ਰੈਸਟ ਕਰੋ ਤੁਸੀਂ, ਪਰ ਉਹਨਾਂ ਨੂੰ ਇਦਾਂ ਬਾਹਰ ਲੈ ਕੇ ਆਉਣਾ ਤਾਂ ਉਹ ਵੀ ਇੱਕ ਵੇਖੋ ਕਿੰਨੇ ਹਸਪੀਟਲਾਂ 'ਚ ਕਰੋਨਾ ਦੇ ਮਰੀਜ਼ ਆ ਚੁੱਕੇ ਆ ਜੀ। ਔਰ ਸਰਕਾਰੀ ਹਸਪੀਟਲ ਵੀ ਕਰੋਨਾ ਸਰਕਾਰੀ ਹਸਪੀਟਲ ਕਿਉਂ ਨਹੀਂ ਬੰਦ ਹੋਇਆ? ਫਿਰ ਪ੍ਰਾਈਵੇਟ ਹਸਪੀਟਲਾਂ 'ਚ ਕਿੰਨੇ ਕੇਸ ਆ ਚੁੱਕੇ ਉਹ ਕਿਉਂ ਨਹੀਂ ਬੰਦ ਹੋ ਚੁੱਕੇ? ਇਹ ਮਤਲਬ ਇੱਥੋਂ ਤੱਕ ਕਿ ਜਾਣਬੁੱਝ ਕੇ ਕਹਿ ਸਕਦੇ ਕਿ ਟਾਰਗੇਟ ਕੀਤਾ ਜਾ ਰਿਹਾ। ਹਾਂ ਇਹ ਵੀ ਟਾਰਗੇਟ ਤੇ ਜਾਣਬੁੱਝ ਕੇ ਹੀ ਹੈ ਕਿ ਇਹ ਮਤਲਬ ਇਹਨੂੰ ਚਲਾਇਆ ਜਾਵੇ। ਅਸੀਂ ਇਹੋ ਕਹਿੰਦੇ ਆ ਵੀ ਚਲਾਇਆ ਜਾਵੇ, ਇਹਦੇ ਤੋਂ ਕੋਈ ਆਬਜੈਕਸ਼ਨ ਨਹੀਂ ਹੋਣਾ ਚਾਹੀਦਾ। ਜੇ ਕੋਈ ਸੇਵਾ ਕਰ ਰਿਹਾ ਵਾ ਉਹਨੂੰ ਸੇਵਾ ਕਰਨ ਦੇਣੀ ਚਾਹੀਦੀ ਆ, ਨਾ ਕਿ ਉਹਨਾਂ ਦੇ ਵਿੱਚ ਇੱਕ ਵਿਘਨ ਪਾਇਆ ਜਾਏ, ਨਾ ਕਿ ਇੱਕ ਇਹਨਾਂ ਨੂੰ ਮਤਲਬ ਕੋਈ ਆਣ ਕੇ ਕੋਈ ਕਸ਼ਟ ਦੇ ਕਿ ਇੱਥੇ ਮਰੀਜ਼ਾਂ ਦਾ ਇਲਾਜ ਨਹੀਂ ਹੋਣਾ ਜਾਂ ਇੱਥੇ ਕੋਈ ਤੁਸੀਂ ਇੱਥੇ ਇਦਾਂ ਦਾ ਇਹ ਮਾਹੌਲ ਜਿਹੜਾ ਨਾ ਉਹ ਸਰ ਇੰਨਾ ਕੁ ਸਾਡਾ ਵੀ ਮਨ ਖਰਾਬ ਮਤਲਬ ਮੂਡ ਸਾਡਾ ਵੀ ਮਨ ਖਰਾਬ ਹੋਇਆ ਕਿ ਮਤਲਬ ਅਸੀਂ ਇੰਨੀ ਸੇਵਾ ਕਰਦੇ ਸੀ ਆਪਣੇ ਹੱਥੀਂ ਅਸੀਂ ਮਰੀਜ਼ਾਂ ਦਾ ਕੁਝ ਆਲਰੇਡੀ ਸੇਵਾ ਕਰਨੀ ਲੈ ਕੇ ਜਾਣਾ ਪੇਸ਼ੈਂਟਾਂ ਨੂੰ ਸਾਨੂੰ ਇਹ ਖੁਸ਼ੀ ਮਹਿਸੂਸ ਹੁੰਦੀ ਸੀ ਕਿ ਅਸੀਂ ਇੱਕ ਸੇਵਾ ਕਰ ਰਹੇ ਹਾਂ। ਕਿੰਨੇ ਚਿਰ ਤੋਂ ਇੱਥੇ ਫਿਰ ਤੁਸੀਂ ਸੇਵਾ ਕਰ ਰਹੇ ਹੋ? ਇੱਥੇ ਮੈਂ ਆਲਰੇਡੀ ਜਦੋਂ ਦਾ ਹਸਪੀਟਲ ਆ ਉਸ ਤੋਂ ਪਹਿਲੇ ਵੀ ਸੇਵਾ ਕਰ ਰਹੇ ਆ। ਜਦੋਂ ਹਸਪੀਟਲ ਨਹੀਂ ਸੀ ਹੈਗਾ ਉਦੋਂ ਵੀ ਅਸੀਂ ਇੱਕ ਮੈਡੀਕਲ ਸਟੋਰ ਪਾਇਆ ਹੁੰਦਾ ਸੀਗਾ ਔਰ ਉਦੋਂ ਤੋਂ ਹੀ ਸ਼ੁਰੂ ਤੋਂ ਹੀ ਭਾਜੀ ਨੂੰ ਵੀ ਤੇ ਸਾਨੂੰ ਸਾਰਿਆਂ ਨੂੰ ਇੱਕ ਸ਼ੌਂਕ ਸੀ ਸ਼ੁਰੂ ਤੋਂ ਸ਼ੌਂਕ ਸੀਗਾ ਸਾਨੂੰ ਬਚਪਨ ਤੋਂ ਸੋ ਗਿਆ ਕਿਸੇ ਦੀ ਹੈਲਪ ਕਰਨੀ, ਕਿਸੇ ਬਾਰੇ ਚੰਗਾ ਸੋਚਣਾ। ਇਹ ਸਾਡੇ ਲਈ ਬਿਲਕੁਲ ਮਤਲਬ ਇੱਕ ਪ੍ਰਮਾਤਮਾ ਨੇ ਸਾਡੇ 'ਚ ਵਾਹਿਗੁਰੂ ਨੇ ਇੱਕ ਬਖਸ਼ਿਸ਼ ਕੀਤੀ ਸੀ। ਜਗ੍ਹਾ ਦੇ ਉੱਪਰ ਆਏ ਨੂੰ ਕਿੰਨਾ ਚਿਰ ਹੋ ਗਿਆ, ਕਿੰਨੇ ਕੁ ਸਾਲ ਹੋ ਗਏ ਇੱਥੇ ਹਸਪੀਟਲ ਚੱਲਦੇ ਨੂੰ? ਕੋਈ ਸਾਲ ਹੋ ਚੁੱਕਾ ਸੀਗਾ, ਸਾਲ 1.5 ਸਾਲ ਹੋ ਚੁੱਕਾ ਸੀਗਾ। ਤੁਸੀਂ ਇੱਥੇ ਸੇਵਾ ਕਰ ਰਹੇ ਹੋ? ਹਾਂ ਸਾਲ ਕੇ ਸੇਵਾ ਕਰ ਰਹੇ ਸੀ ਔਰ ਤੋਂ ਪਹਿਲੇ ਵੀ ਸੇਵਾ ਕਰ ਰਹੇ ਸੀ। ਕੋਈ ਜੇ ਸਾਨੂੰ ਕੋਈ ਡਿਨਰ ਹੁੰਦੀ ਅਸੀਂ ਉਹਨਾਂ ਦਾ ਇਲਾਜ ਪ੍ਰਾਈਵੇਟ ਹੋ ਰਿਹਾ ਅੰਮ੍ਰਿਤਸਰਾਂ ਦੇ ਵਿੱਚ ਜਿੰਨੇ ਉਹ ਪੈਸੇ ਮੰਗਦੇ ਸੀ ਉਹਨੇ ਪੈਸਿਆਂ 'ਚ ਆਪਰੇਟ ਕਰ ਦਿੰਦੇ 2-2 ਲੱਖ ਰੁਪਈਆ 3-3 ਲੱਖ ਰੁਪਈਏ 'ਚ। ਜੇ ਕਿਸੇ ਨੇ ਇੱਕ ਸਰਜਰੀ ਹੋਈ ਡੇਰੇ ਬਾਬੇ ਨਾਨਕ ਜੀ ਜਦੋਂ ਪਿੱਛੇ ਸੁਣਿਆ ਸੀਗਾ ਤੇਜ਼ਾਬ ਪੈ ਗਿਆ ਮੂੰਹ ਤੇ ਲੇਡੀ ਬੱਚਿਆਂ ਦੇ ਮੂੰਹ ਤੇ ਸਟੂਡੈਂਟ ਸੀਗੇ ਉਹਨਾਂ 10 ਲੱਖ 12 ਲੱਖ 15 ਲੱਖ ਦੇ ਵਿੱਚ ਉਹਨਾਂ ਦਾ 3 ਲੜਕੀਆਂ ਸੀ ਉਹਨਾਂ ਦੀ ਸਰਜਰੀ ਕਰਵਾਈ। ਔਰ ਇੱਥੋਂ ਹੀ ਹਸਪੀਟਲ ਨਵਤੇਜ ਸਿੰਘ ਹੋਣਾ ਦੇ ਹਸਪੀਟਲੋਂ ਇਹਨਾਂ ਨੇ ਹੀ ਭਾਜੀ ਹੋਣਾ ਨੇ ਉੱਥੇ ਜਾ ਕੇ ਹੈਲਪ ਕੀਤੀ, ਉਹਨਾਂ ਦੀ ਪੈਸੇ ਦੇ ਕੇ ਆਪਰੇਟ ਕਰਾਇਆ ਮਤਲਬ ਸਾਰਾ। ਉਹ ਸਾਰੇ ਪੈਸੇ ਤੁਸੀਂ ਜੇਬ ਚੋਂ ਇਹਨਾਂ ਨੇ ਪਾਏ, ਤੁਸੀਂ ਆਪ ਕੀਤਾ? ਹਾਂਜੀ ਹਾਂਜੀ। ਕੋਈ ਇਦਾਂ ਦੇ ਕਈ ਇਨਸੀਡੈਂਟਸ ਹੋਣਗੇ ਕਿ ਇੱਥੇ ਵੀ ਸਾਰਾ ਕੁਝ ਚੱਲਦਾ। ਹਾਂਜੀ ਠੀਕ ਹੈ ਸੁਖਵਿੰਦਰ ਸਿੰਘ ਜੀ, ਧੰਨਵਾਦ ਗੱਲਬਾਤ ਕਰਨ ਲਈ। ਸੋ ਇਸ ਵੇਲੇ ਬਟਾਲੇ ਦੇ ਇਸ ਹਸਪੀਟਲ ਦੇ ਵਿੱਚ ਅਸੀਂ ਖੜੇ ਹਾਂ ਜਿਹੜਾ ਕਰੋਨਾ ਵਾਇਰਸ ਦਾ ਕਿਹਾ ਜਾ ਰਿਹਾ ਕਿ 4 ਡਾਕਟਰ ਇੱਥੋਂ ਦੇ ਨਿਕਲੇ ਨੇ ਜਿਸ ਤੋਂ ਬਾਅਦ ਇਸ ਹਸਪੀਟਲ ਨੂੰ ਤਾਲਾ ਲਗਾ ਦਿੱਤਾ ਗਿਆ। ਪਰ ਕਈ ਵਾਰ ਹੁਣ ਜਿਸ ਤਰ੍ਹਾਂ ਸੁਖਵਿੰਦਰ ਸਿੰਘ ਹੋਣਾ ਨੇ ਦੱਸਿਆ ਕਿ ਹੁਣ ਐਸਡੀਐਮ ਵੀ ਇੱਥੋਂ ਦੇ ਕਹਿ ਰਹੇ ਨੇ ਕਿ ਇਹਦੀ ਬਿਲਡਿੰਗ ਇੰਨੀ ਉੱਚੀ ਕਿਉਂ ਬਣਾਤੀ, ਇਹਦੇ ਉੱਪਰ ਵੀ ਇੱਕ ਸਵਾਲੀਆ ਨਿਸ਼ਾਨ ਖੜਾ ਹੋ ਰਿਹਾ। ਪਰ ਇੱਕ ਇਹ ਵੀ ਗੱਲ ਹੈ ਕਿ ਐਸਡੀਐਮ ਹੋਣਾ ਦੀ ਨਿਗਾਹ ਦੇ ਵਿੱਚ ਹੀ ਇਹ ਬਣੀ, ਜਦੋਂ ਬਣੀ ਉਦੋਂ ਕਿਉਂ ਨਹੀਂ ਇਹਦੇ ਉੱਪਰ ਸਵਾਲ ਚੱਕੇ ਗਏ। ਫਿਲਹਾਲ ਜਿਹੜੇ ਇੱਥੇ ਮਰੀਜ਼ ਸਨ ਉਹਨਾਂ ਮਰੀਜ਼ਾਂ ਨੂੰ ਸਿਵਲ ਹਸਪੀਟਲ ਬਟਾਲਾ ਜਾਂ ਗੁਰਦਾਸਪੁਰ ਦੇ ਵਿੱਚ ਸ਼ਿਫਟ ਕਰ ਦਿੱਤਾ ਗਿਆ। ਤਾਂ ਹੁਣ ਨਵਤੇਜ ਦੀ ਕੱਲ ਨੂੰ ਪੇਸ਼ੀ ਹੈ, ਉਸ ਤੋਂ ਬਾਅਦ ਦੇਖਣ ਵਾਲੀ ਗੱਲ ਹੋਊਗੀ ਕਿ ਅਗਲੀ ਕਾਰਵਾਈ ਕੀ ਹੁੰਦੀ ਹੈ। ਤੇ ਹਸਪੀਟਲ ਦੇ ਉੱਪਰ ਜੋ ਨਿਸ਼ਾਨਾ ਸਾਧਿਆ ਜਾ ਰਿਹਾ ਕਿ ਤੁਸੀਂ ਵੀ ਸਮਝਦਾਰ ਹੋ, ਸਾਨੂੰ ਵੀ ਪਤਾ ਕਿ ਸੁਖਵਿੰਦਰ ਸਿੰਘ ਹੋਣਾ ਦੀ ਜਵਾਨੀ ਜੋ ਸੁਣਿਆ ਉਸ ਤੋਂ ਇਹ ਚੀਜ਼ ਸਿੱਧ ਹੁੰਦੀ ਹੈ ਕਿ ਕਿਤੇ ਨਾ ਕਿਤੇ ਨਿਸ਼ਾਨਾ ਜਿਹੜਾ ਆ ਇਸ ਹਸਪੀਟਲ ਨੂੰ ਬਣਾਇਆ ਜਾ ਰਿਹਾ ਹੈ। ਕੈਮਰਾਮੈਨ ਮਨੀਸ਼ ਦੇ ਨਾਲ ਮਨਦੀਪ ਸਿੰਘ, ਡੇਲੀ ਪੋਸਟ ਪੰਜਾਬੀ, ਬਟਾਲਾ।